ਇਹ ਖਬਰ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ ਦੁਨੀਆ ਦੇ ਇੱਕ ਹਿੱਸੇ ਵਿੱਚ ਜੰਗ ਚੱਲ ਰਹੀ ਹੈ। ਮਾਸੂਮ ਬੱਚਿਆਂ ਤੋਂ ਲੈ ਕੇ ਬਜ਼ੁਰਗ ਅਤੇ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਨੇ। ਰੋਜ਼ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਦੋਵਾਂ ਦੇਸ਼ਾਂ ਵਿੱਚ ਮੈਡੀਕਲ ਸੁਵਿਧਾਵਾਂ, ਖਾਣਾ ਪਾਣੀ ਦੀ ਕਮੀ ਹੋਣ ਕਾਰਨ ਹਰ ਇੱਕ ਪਲ ਲੋਕਾਂ ਨੂੰ ਮੌਤ ਦਾ ਡਰ ਸਤਾ ਰਿਹਾ ਹੈ। ਜੀ ਹਾਂ, ਤੁਸੀਂ ਸਹੀ ਸੋਚ ਰਹੇ ਹੋ, ਅਸੀਂ ਗੱਲ ਕਰ ਰਹੇ ਹਾਂ ਇਜ਼ਰਾਈਲ ਫਿਲਿਸਤੀਨ ਵਿਚਾਲੇ ਚੱਲ ਰਹੀ ਜੰਗ ਦੀ। ਤੇ ਇਸ ਜੰਗ ਦੇ ਦੌਰਾਨ ਤੁਸੀਂ ਕਈ ਸ਼ਬਦ ਸੁਣੇ ਹੋਣਗੇ, ਜਿਵੇਂ ਕਿ ਗਾਜ਼ਾ ਪੱਟੀ, ਜੈਰੂਸਲਮ, ਹਮਾਸ, ਆਇਰਨ ਡੋਮ, ਮੋਸਾਦ, ਖੂਫੀਆ ਏਜੰਸੀ ਤੇ ਵੈਸਟ ਬੈਂਕ। ਜੇ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਇਹ ਵੀ ਦੱਸਾਂਗੇ ਕਿ 100 ਸਾਲ ਤੋਂ ਵੀ ਵੱਧ ਪੁਰਾਣੀ ਇਸ ਜੰਗ ਦੇ ਪਿੱਛੇ ਦਾ ਕਾਰਨ ਕੀ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸਾਂਗੇ ਕਿ ਆਖਿਰ ਸਾਡਾ ਭਾਰਤ ਇਸ ਜੰਗ ਵਿੱਚ ਕਿਸ ਦੇਸ਼ ਨਾਲ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ। ਮੈਂ ਹਾਂ ਸ਼ਿਵਾਨੀ ਅਰੋੜਾ। ਇੱਕ ਪਾਸੇ ਯੂਕਰੇਨ ਤੇ ਰੂਸ ਵਿਚਕਾਰ ਜੰਗ, ਦੂਜੇ ਪਾਸੇ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਤੇ ਇੱਕ ਪਾਸੇ ਇਜ਼ਰਾਈਲ ਅਤੇ ਫਿਲਿਸਤੀਨ। ਇਜ਼ਰਾਈਲ ਅਤੇ ਫਿਲਿਸਤੀਨ ਵਿੱਚ ਜੰਗ ਹੁਣ ਤੋਂ ਨਹੀਂ ਸਗੋਂ ਸਾਲਾਂ ਤੋਂ ਚੱਲਦੀ ਆ ਰਹੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਜ਼ਰਾਈਲ ਅਤੇ ਫਿਲਿਸਤੀਨ ਦੇ ਵਿੱਚ ਜੰਗ ਦਾ ਕਾਰਨ ਕੀ ਹੈ। ਦਰਅਸਲ ਗੱਲ ਹੈ 7 ਅਕਤੂਬਰ 2023 ਦੀ। ਉਹ ਤਾਰੀਖ ਜਦੋਂ ਹਮਾਸ ਨੇ ਇਜ਼ਰਾਈਲ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਤੇ ਹਮਲੇ ਵਿੱਚ 1200 ਲੋਕ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਜੰਗ ਦਾ ਐਲਾਨ ਕਰ ਦਿੱਤਾ ਤੇ ਇਹ ਜੰਗ ਅਜੇ ਵੀ ਜਾਰੀ ਹੈ। ਇੱਕ ਸਾਲ ਬਾਅਦ ਗਾਜ਼ਾ ਦੇ ਕਈ ਇਲਾਕੇ ਤਬਾਹ ਹੋ ਗਏ ਹਨ। 40,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ਇਸ ਇੱਕ ਸਾਲ ਦੇ ਅੰਦਰ ਹਮਾਸ ਦੇ ਕੁਝ ਪ੍ਰਮੁੱਖ ਆਗੂ ਵੀ ਮਾਰੇ ਗਏ ਹਨ। ਇਸ ਦੇ ਲਈ ਅਸੀਂ ਤੁਹਾਨੂੰ 100 ਸਾਲ ਪਿੱਛੇ ਲੈ ਕੇ ਚੱਲਦੇ ਹਾਂ। ਦਰਅਸਲ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਵਿਵਾਦ ਕੋਈ ਨਵਾਂ ਨਹੀਂ ਹੈ। ਸਭ ਤੋਂ ਪਹਿਲਾਂ ਅਸੀਂ ਇਸ ਦੀ ਭੂਗੋਲਿਕ ਸਥਿਤੀ ਬਾਰੇ ਸਮਝਦੇ ਹਾਂ। ਅਸਲ ਵਿੱਚ ਇਜ਼ਰਾਈਲ ਦੇ ਪੂਰਬੀ ਅਤੇ ਦੱਖਣ ਪੱਛਮੀ ਹਿੱਸਿਆਂ ਵਿੱਚ ਦੋ ਵੱਖ-ਵੱਖ ਖੇਤਰ ਮੌਜੂਦ ਹਨ। ਪੂਰਬੀ ਹਿੱਸੇ ਵਿੱਚ ਪੱਛਮੀ ਕੰਢੇ ਅਤੇ ਦੱਖਣ ਪੱਛਮੀ ਹਿੱਸੇ ਵਿੱਚ ਇੱਕ ਪੱਟੀ ਹੈ ਜਿਸ ਨੂੰ ਗਾਜ਼ਾ ਪੱਟੀ ਵਜੋਂ ਜਾਣਿਆ ਜਾਂਦਾ ਹੈ। ਸਿਰਫ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਨੂੰ ਫਲਸਤੀਨ ਮੰਨਿਆ ਜਾਂਦਾ ਹੈ। ਹਾਲਾਂਕਿ ਵੈਸਟ ਬੈਂਕ ਫਲਸਤੀਨ ਨੈਸ਼ਨਲ ਅਥਾਰਟੀ ਦੁਆਰਾ ਨਿਯੰਤਰਿਤ ਹੈ ਅਤੇ ਗਾਜ਼ਾ ਪੱਟੀ ਇੱਕ ਇਜ਼ਰਾਈਲੀ ਵਿਰੋਧੀ ਕੱਟੜਪੰਥੀ ਸੰਗਠਨ ਹਮਾਸ ਦੁਆਰਾ ਨਿਯੰਤਰਿਤ ਹੈ। ਇਹ ਵਿਵਾਦ 100 ਸਾਲਾਂ ਤੋਂ ਵੱਧ ਪੁਰਾਣਾ ਹੈ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਆਟੋਮਨ ਸਾਮਰਾਜ ਨੂੰ ਹਰਾਉਣ ਤੋਂ ਬਾਅਦ ਬ੍ਰਿਟੇਨ ਨੇ ਪੱਛਮੀ ਏਸ਼ੀਆ ਦੇ ਇਸ ਹਿੱਸੇ ਉੱਤੇ ਆਪਣਾ ਕੰਟਰੋਲ ਸਥਾਪਿਤ ਕਰ ਲਿਆ, ਜਿਸ ਨੂੰ ਫਲਸਤੀਨ ਵਜੋਂ ਜਾਣਿਆ ਜਾਂਦਾ ਸੀ। ਇਹ ਉਹ ਦੌਰ ਸੀ ਜਦੋਂ ਇਜ਼ਰਾਈਲ ਦੀ ਸਥਾਪਨਾ ਨਹੀਂ ਹੋਈ ਸੀ ਅਤੇ ਵੈਸਟਲੈਂਡ ਤੋਂ ਗਾਜ਼ਾ ਪੱਟੀ ਤੱਕ ਦਾ ਇਲਾਕਾ ਫਲਸਤੀਨ ਦਾ ਹਿੱਸਾ ਸੀ। ਇੱਥੇ ਯਹੂਦੀ ਅਤੇ ਅਰਬ ਰਹਿੰਦੇ ਸਨ। ਹੌਲੀ-ਹੌਲੀ ਯਹੂਦੀਆਂ ਅਤੇ ਅਰਬਾਂ ਵਿਚਕਾਰ ਆਪਣੇ ਲੋਕਾਂ ਲਈ ਇੱਕ ਦੇਸ਼ ਬਣਾਉਣ ਦੀ ਮੰਗ ਉੱਠਣ ਲੱਗੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਵੀ ਬਰਤਾਨੀਆ ਨੂੰ ਯਹੂਦੀ ਲੋਕਾਂ ਲਈ ਫਲਸਤੀਨ ਦੀ ਸਥਾਪਨਾ ਕਰਨ ਲਈ ਕਿਹਾ। ਦੂਜੇ ਪਾਸੇ ਅਰਬਾਂ ਦੀ ਬਹੁਗਿਣਤੀ ਆਪਣੇ ਲੋਕਾਂ ਲਈ ਫਲਸਤੀਨ ਨਾਂ ਦਾ ਨਵਾਂ ਦੇਸ਼ ਬਣਾਉਣ ਦੀ ਮੰਗ ਕਰ ਰਹੀ ਸੀ। ਇਹ ਇਸ ਵਿਵਾਦ ਦੀ ਸ਼ੁਰੂਆਤ ਹੈ ਜੋ ਬੇਰੋਕ ਜਾਰੀ ਹੈ। ਇੱਥੋਂ ਤੱਕ ਕਿ ਅੰਗਰੇਜ਼ ਵੀ ਫਲਸਤੀਨ ਅਤੇ ਇਜ਼ਰਾਈਲ ਦੇ ਵਿਵਾਦ ਨੂੰ ਹੱਲ ਨਹੀਂ ਕਰ ਸਕੇ। ਇਸ ਕਾਰਨ ਉਹ 1948 ਵਿੱਚ ਫਲਸਤੀਨ ਨੂੰ ਆਪਣੀ ਹਾਲਤ ਵਿੱਚ ਛੱਡ ਕੇ ਉੱਥੋਂ ਚਲੇ ਗਏ ਸਨ। ਯਹੂਦੀ ਆਗੂਆਂ ਨੇ ਮਿਲ ਕੇ ਇਜ਼ਰਾਈਲ ਦੀ ਸਥਾਪਨਾ ਦਾ ਐਲਾਨ ਕੀਤਾ, ਜਿਸ ਦਾ ਫਿਲਿਸਤੀਨੀਆਂ ਨੇ ਸਖਤ ਵਿਰੋਧ ਕੀਤਾ ਸੀ ਅਤੇ ਗੁਆਂਢੀ ਅਰਬ ਦੇਸ਼ਾਂ ਨੇ ਇਸ ਤੇ ਹਮਲਾ ਵੀ ਕੀਤਾ ਸੀ। ਯੁੱਧ ਦੇ ਦੌਰਾਨ ਬਹੁਤ ਸਾਰੇ ਫਲਸਤੀਨੀਆਂ ਨੂੰ ਆਪਣੇ ਘਰ ਛੱਡਣੇ ਪਏ ਸਨ ਅਤੇ ਜ਼ਿਆਦਾਤਰ ਫਲਸਤੀਨ ਤੇ ਇਜ਼ਰਾਈਲ ਦਾ ਕਬਜ਼ਾ ਹੋ ਗਿਆ ਸੀ। ਯੁੱਧ ਤੋਂ ਬਾਅਦ ਜਾਰਡਨ ਨੇ ਪੱਛਮੀ ਕੰਢੇ ਤੇ ਕਬਜ਼ਾ ਕਰ ਲਿਆ ਅਤੇ ਮਿਸਰ ਨੇ ਗਾਜ਼ਾ ਪੱਟੀ ਤੇ ਕਬਜ਼ਾ ਕਰ ਲਿਆ, ਜਦੋਂ ਕਿ ਇਜ਼ਰਾਈਲ ਨੇ ਯਰੂਸ਼ਲਮ ਦੇ ਪੱਛਮੀ ਹਿੱਸੇ ਤੇ ਕਬਜ਼ਾ ਕਰ ਲਿਆ ਸੀ। ਥੋੜਾ ਬਹੁਤਾ ਤੁਹਾਨੂੰ ਇਸ ਯੁੱਧ ਦੇ ਇਤਿਹਾਸ ਬਾਰੇ ਪਤਾ ਲੱਗ ਹੀ ਗਿਆ ਹੋਵੇਗਾ। ਨਾਲ ਹੀ ਤੁਹਾਨੂੰ ਇੱਕ ਬੜੀ ਹੀ ਦਿਲਚਸਪ ਚੀਜ਼ ਦੱਸ ਦਿੰਦੇ ਹਾਂ ਕਿ ਦੁਨੀਆ ਵਿੱਚ ਯਹੂਦੀਆਂ ਦੀ ਆਬਾਦੀ ਸਿੱਖਾਂ ਤੋਂ ਵੀ ਘੱਟ ਹੈ ਤੇ ਦੂਜੇ ਪਾਸੇ ਮੁਸਲਮਾਨਾਂ ਦੀ ਆਬਾਦੀ ਤਾਂ ਤੁਹਾਨੂੰ ਪਤਾ ਹੀ ਹੈ। ਤੇ ਇਹਦੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਜ਼ਰਾਈਲ ਦਾ ਆਪਣੇ ਦੇਸ਼ ਲਈ ਲੜਨਾ ਸਹੀ ਹੈ। ਹੁਣ ਗੱਲ ਕਰਦੇ ਹਾਂ ਹਮਾਸ। ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀ ਥੋੜੀ ਵਰਤਮਾਨ ਦੀ ਸਥਿਤੀ ਸਮਝਾ ਦਿੰਦੇ ਹਾਂ। ਇਜ਼ਰਾਈਲ ਨੇ ਹਮਾਸ ਦੇ ਮੁਖੀ ਯਾਹਿਆ ਸਿਨਵਾਰ ਨੂੰ ਖਤਮ ਕਰ ਦਿੱਤਾ ਹੈ। IDF ਯਾਨੀ ਕਿ ਇਜ਼ਰਾਈਲ ਡਿਫੈਂਸ ਫੋਰਸ ਮੁਤਾਬਕ ਗਾਜ਼ਾ 'ਚ ਇਜ਼ਰਾਈਲੀ ਹਮਲੇ 'ਚ ਹਮਾਸ ਦੇ 3 ਅੱਤਵਾਦੀ ਮਾਰੇ ਗਏ ਹਨ। ਯਾਹਿਆ ਸਿਨਵਾਰ ਵੀ ਇਹਨਾਂ ਵਿੱਚੋਂ ਹੀ ਹਨ। DNA ਟੈਸਟਿੰਗ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਸਿਨਵਾਰ 7 ਅਕਤੂਬਰ ਨੂੰ ਇਜ਼ਰਾਈਲ ਤੇ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਅਤੇ ਹਮਾਸ ਦਾ ਮੁਖੀ ਸੀ। ਹੁਣ ਤੁਹਾਨੂੰ ਹਮਾਸ ਦੇ ਇਤਿਹਾਸ ਵੱਲ ਲੈ ਕੇ ਚੱਲਦੇ ਹਾਂ।
ਹਮਾਸ ਇੱਕ ਇਸਲਾਮੀ ਅਤਵਾਦੀ ਸੰਗਠਨ ਹੈ ਅਤੇ ਫਲਸਤੀਨੀ ਖੇਤਰਾਂ ਵਿੱਚ ਦੋ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਵਿੱਚੋਂ ਇੱਕ ਹੈ। ਇਹ ਗਾਜ਼ਾ ਪੱਟੀ ਵਿੱਚ 20 ਲੱਖ ਫਿਲਸਤੀਨੀਆਂ ਉੱਤੇ ਰਾਜ ਕਰਦਾ ਹੈ, ਪਰ ਇਹ ਸਮੂਹ ਇਜ਼ਰਾਈਲ ਦੇ ਵਿਰੁੱਧ ਆਪਣੇ ਹਥਿਆਰਬੰਦ ਵਿਰੋਧ ਲਈ ਸਭ ਤੋਂ ਮਸ਼ਹੂਰ ਹੈ। ਅਕਤੂਬਰ 2023 ਵਿੱਚ ਹਮਾਸ ਨੇ ਦੱਖਣੀ ਇਜ਼ਰਾਈਲ ਉੱਤੇ ਇੱਕ ਵੱਡਾ ਅਚਾਨਕ ਹਮਲਾ ਕੀਤਾ। ਸੈਂਕੜੇ ਨਾਗਰਿਕਾਂ ਅਤੇ ਸੈਨਿਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਨੂੰ ਬੰਦਕ ਬਣਾ ਲਿਆ ਗਿਆ। ਇਜ਼ਰਾਈਲ ਨੇ ਜਵਾਬ ਵਿੱਚ ਸਮੂਹ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਅਤੇ ਸੰਕੇਤ ਦਿੱਤਾ ਕਿ ਉਸ ਦੀ ਫੌਜ ਇਸ ਨੂੰ ਹਰਾਉਣ ਲਈ ਇੱਕ ਲੰਬੀ ਮੁਹਿੰਮ ਦੀ ਯੋਜਨਾ ਬਣਾ ਰਹੀ ਹੈ। ਹੁਣ ਤੁਹਾਨੂੰ ਗਾਜ਼ਾ ਪੱਟੀ ਬਾਰੇ ਵੀ ਥੋੜਾ ਦੱਸ ਦਿੰਦੇ ਹਾਂ। ਦਰਅਸਲ ਗਾਜ਼ਾ ਪੱਟੀ ਭੂ-ਮੱਧ ਸਾਗਰ ਯਾਨੀ ਕਿ ਮੈਡੀਟੇਰੀਅਨ ਸੀ ਤੇ 2 ਮਿਲੀਅਨ ਤੋਂ ਵੱਧ ਫਲਸਤੀਨੀਆਂ ਦਾ ਘਰ ਹੈ। ਇਜ਼ਰਾਈਲ ਅਤੇ ਮਿਸਰ ਦੀ ਸਰਹੱਦ ਨਾਲ ਲੱਗਦੀ ਇਹ ਗਾਜ਼ਾ ਪੱਟੀ ਇਹ ਦੋ ਫਲਸਤੀਨੀ ਖੇਤਰਾਂ ਵਿੱਚੋਂ ਇੱਕ ਹੈ। ਦੂਜਾ ਇਜ਼ਰਾਈਲ ਦੇ ਕਬਜ਼ੇ ਵਾਲਾ ਪੱਛਮੀ ਬੈਂਕ ਹੈ, ਜਿਸ ਵਿੱਚ ਪੂਰਬੀ ਯਰੂਸ਼ਲਮ ਅਤੇ ਜਾਰਡਨ ਅਤੇ ਮ੍ਰਿਤ ਸਾਗਰ ਦੀਆਂ ਸਰਹੱਦਾਂ ਸ਼ਾਮਿਲ ਹਨ। ਗਾਜ਼ਾ ਪੱਟੀ ਦੀ ਆਬਾਦੀ 20 ਲੱਖ ਤੋਂ ਵੱਧ ਹੈ ਤੇ ਇੱਥੇ ਰਹਿਣ ਵਾਲੇ ਲੋਕਾਂ ਵਿੱਚ ਸਭ ਤੋਂ ਵੱਧ ਨੌਜਵਾਨ ਨੇ। ਆਮ ਤੌਰ ਤੇ ਗਾਜ਼ਾ ਪੱਟੀ ਤੇ ਵੈਸਟ ਬੈਂਕ ਦੋਵਾਂ ਨੂੰ ਦੁਨੀਆ ਭਰ ਦੇ ਲੋਕ ਫਿਲਿਸਤੀਨ ਦੇ ਨਾਂ ਤੋਂ ਜਾਣਦੇ ਹਨ। ਗਾਜ਼ਾ 1918 ਤੋਂ ਲੈ ਕੇ 1948 ਤੱਕ ਬ੍ਰਿਟੇਨ ਦੁਆਰਾ ਅਤੇ 1948 ਤੋਂ ਲੈ ਕੇ 1967 ਤੱਕ ਮਿਸਰ ਦੁਆਰਾ ਕਬਜ਼ੇ ਕੀਤੇ ਜਾਣ ਤੋਂ ਪਹਿਲਾਂ ਓਟੋਮਨ ਸਾਮਰਾਜ ਦਾ ਹਿੱਸਾ ਸੀ। ਹੁਣ ਤੁਹਾਨੂੰ ਗਾਜ਼ਾ ਪੱਟੀ, ਹਮਾਸ, ਇਜ਼ਰਾਈਲ, ਫਿਲਿਸਤੀਨ ਯੁੱਧ ਬਾਰੇ ਤਾਂ ਪਤਾ ਲੱਗ ਹੀ ਗਿਆ ਹੋਵੇਗਾ। ਹੁਣ ਗੱਲ ਕਰਦੇ ਹਾਂ ਇਸ ਮੁੱਦੇ ਦੇ ਸਭ ਤੋਂ ਜ਼ਰੂਰੀ ਸਵਾਲ ਬਾਰੇ ਕਿ ਆਖਿਰ ਸਾਡਾ ਦੇਸ਼ ਭਾਰਤ ਕਿਸ ਦੇਸ਼ ਦੇ ਨਾਲ ਹੈ। ਵੈਸੇ ਤਾਂ ਭਾਰਤ ਸ਼ੁਰੂ ਤੋਂ ਹੀ ਇਜ਼ਰਾਈਲ ਅਤੇ ਫਿਲਿਸਤੀਨ ਦੋਵਾਂ ਦੇਸ਼ਾਂ ਦਾ ਸਮਰਥਨ ਕਰਦਾ ਆ ਰਿਹਾ ਹੈ, ਪਰ ਅਤਵਾਦ ਦੇ ਖਿਲਾਫ ਆਵਾਜ਼ ਉਠਾਉਣ ਅਤੇ ਲੜਨ ਵਿੱਚ ਭਾਰਤ ਸ਼ੁਰੂ ਤੋਂ ਹੀ ਸਪਸ਼ਟ ਰਿਹਾ ਹੈ ਅਤੇ ਇਸੇ ਕਰਕੇ ਭਾਰਤ ਅਤੇ ਇਜ਼ਰਾਈਲ ਦੇ ਰਿਸ਼ਤੇ ਸ਼ੁਰੂ ਤੋਂ ਹੀ ਚੰਗੇ ਰਹੇ ਨੇ। ਇਸੇ ਆਲ ਇਜ਼ਰਾਈਲ ਦਾ ਸਾਡੇ ਦੇਸ਼ ਨਾਲ ਵਪਾਰ 7.5 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਭਾਰਤ ਇਜ਼ਰਾਈਲ ਤੋਂ ਹਥਿਆਰ ਵੀ ਮੰਗਵਾਉਂਦਾ ਹੈ। ਹੁਣ ਸਵਾਲ ਇਹ ਵੀ ਹੈ ਕਿ ਭਾਰਤ ਦਾ ਰਿਸ਼ਤਾ ਫਿਲਿਸਤੀਨ ਨਾਲ ਵਧੀਆ ਹੈ ਜਾਂ ਨਹੀਂ। ਵੈਸੇ ਤਾਂ ਭਾਰਤ ਅਤਵਾਦ ਦੇ ਖਿਲਾਫ ਹੈ, ਲੇਕਿਨ ਇੱਕ ਪਾਸੇ ਭਾਰਤ ਨੂੰ ਇਹ ਵੀ ਪਤਾ ਹੈ ਕਿ ਫਿਲਿਸਤੀਨ ਨਾਲ ਭਾਰਤ ਦੇ ਸਮਰਥਨ ਤੇ ਤੇਲ, ਗੈਸ ਵਰਗੀਆਂ ਚੀਜ਼ਾਂ ਜਿਹੜੀਆਂ ਅਰਬ ਦੇਸ਼ਾਂ ਤੋਂ ਨਿਰਯਾਤ ਕੀਤੀਆਂ ਜਾਂਦੀਆਂ ਹਨ, ਉਸ ਵਿੱਚ ਫਰਕ ਨਹੀਂ ਪਵੇਗਾ। ਨਾਲ ਹੀ ਭਾਰਤ ਨੂੰ ਇਹ ਵੀ ਪਤਾ ਹੈ ਕਿ ਕਈ ਭਾਰਤੀ ਅਰਬ ਦੇਸ਼ਾਂ ਵਿੱਚ ਕੰਮ ਕਰ ਰਹੇ ਹਨ, ਇਸੇ ਕਰਕੇ ਭਾਰਤ ਦਾ ਫਿਲਿਸਤੀਨ ਨਾਲ ਸਮਰਥਨ ਵੀ ਜ਼ਰੂਰੀ ਹੈ। ਜੇ ਗੱਲ ਕੀਤੀ ਜਾਵੇ ਮੌਜੂਦਾ ਹਾਲਾਤਾਂ ਦੀ, ਤਾਂ ਦੋਵਾਂ ਦੇਸ਼ਾਂ ਵਿਚਾਲੇ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿਸ ਕਾਰਨ ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਤੁਹਾਡਾ ਇਸ ਤੇ ਕੀ ਵਿਚਾਰ ਹੈ, ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ। ਇਦਾਂ ਦੀ ਹੀ ਹੋਰ ਜਾਣਕਾਰੀ ਅਸੀਂ ਤੁਹਾਡੇ ਨਾਲ ਨਿਤ ਪੰਜਾਬੀ ਤੇ ਸਾਂਝੀ ਕਰਦੇ ਰਹਾਂਗੇ। ਧੰਨਵਾਦ।